श्री वाहिगुरु साहिब जी। किस हों जाती किस आराधी, जा सब को कीता होसी। जो जो दिसै बड़ा वडेरा, सो सो ठाकुर सी। निर्भव निरंकार भव खंडन, सब सुख नवनिध देसी। हर जियो तेरी दाती राजा, मानस बपड़ा क्या सलाही। क्या तिसका मोहताजा, रहन गई मत दिन पी जाए। पवर गए बग बैठे आए। रहन गवाई सोए का, दिवस गवाया खाए। हीरे जैसा जन्म है, कोडी बदल जाए। नाम न जाने आराम का मूड़े, फिर पाशे पछताहे रे। अनता तन तरणी तरह, अंत न चाहया जाए। अंत को चाहन जो गए, से आए अंत गवाए। सो कुटल गुर सेविया, अहनस सहज सुभाय। दर्शन परसै गुरु कै, जन्म मरण दुख जाय। होवै सिफत खसम दी, नूर अरशों कुरसों झटिया। तुध डिठे सच्चे पातशाह, मल जन्म जन्म दी कटी है। सतनाम श्री वाहिगुरु साहिब जी। सोरठ महला पंजवा। पुत्र कलतर लोग ग्रह बनता, माया संबंधे ही। अंत की बार को खरा न होसी, सब मिथ्या यसने ही। पुत्र कलतर लोग ग्रह बनता, माया संबंधे ही। अंत की बार को खरा न होसी, सब मिथ्या असले ही। रे नर कहे पपोरो देही, उड़ जाएगो तुम बादरो। एक भाजो राम स्नेही रहाओ, तीन संज्ञा कर देही किनी। जल कुकर पसवे होए आवरो ग्रह में बैठा। करण कारण बिसरोही, अनक पात कर मणिये साजे। काचे ताग परोही, टूट जाएगो सूत बापरो। फिर पाशे पछतोही, जिन तुम सिरजे सिरज सवारे। तिस ध्यावो दिन राने, जन नानक प्रभ कृपा तारी। मैं सतगुर ओट गाहे। जिन तुम सिरजे सिरज सवारे, तिस त्यागो दिन रहने ही। जन नानक प्रभ कृपा धारे,
ਮੈਂ ਸਤਿਗੁਰ ਓਟ ਗਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਸਤਿਗੁਰਾਂ ਦੇ ਆਪ ਜੀਆਂ ਨੇ ਸਰਵਣ ਕੀਤੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 609 ਅੰਗ ਤੇ ਸਵਾਏਵਾਨ ਹਨ। ਸੋਠ ਰਾਗ ਦੇ ਵਿੱਚ ਸਤਿਗੁਰਾਂ ਦਾ ਇਹ ਮੁਬਾਰਕ ਜੋ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਠ ਰਾਗ ਦੇ ਵਿੱਚ ਇਸ ਨੂੰ ਗਾਉਣ ਦੀ ਤਾਕੀਦ ਕੀਤੀ ਹੈ। ਮੇਰੇ ਸਤਿਗੁਰੂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦੀ ਬਖਸ਼ਿਸ਼ ਜ਼ਿੰਦਗੀ ਦੇ ਵਿੱਚ ਢਾਲਣ ਵਾਸਤੇ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਉਸ ਰਹਿਮਤ ਦੇ ਨਾਲ ਜੁੜਨਾ ਕਰੀਏ। ਸੋਰਠ ਮਹੱਲਾ ਪੰਜਵਾ। ਸੋਠ ਰਾਗ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਪੁੱਤਰ ਕਲਤਰ ਲੋਕ ਗ੍ਰਹਿ ਬੰਤਾ, ਮਾਇਆ ਸੁਨ ਬੰਦੇ ਹੀ। ਪੁੱਤਰ ਇਸਤਰੀ ਤੇ ਕਹਿੰਦੇ ਬਾਕੀ ਜਿਤਨੇ ਵੀ ਲੋਕ ਨੇ, ਕੁਟੁੰਬਾ ਹੈ, ਘਰ ਦੇ ਪਰਿਵਾਰ ਦੇ ਮੈਂਬਰ, ਸਾਕ ਸੰਬੰਧੀ ਜਿਤਨੇ ਵੀ ਆਪਣੇ ਹੈ, ਅੰਤ ਕੀ ਬਾਰ ਕੋ ਖਰਾ ਨ ਹੋਸੀ, ਸਭ ਮਿਥਿਆ ਅਸਨੇਹੀ। ਕਹਿੰਦੇ ਇਹ ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਨੇ, ਇਹ ਸਾਰੇ ਹੀ ਧਨ ਦੀ ਖਾਤਰ ਜੁੜੇ ਹੋਏ ਨੇ, ਮਾਇਆ ਦੀ ਖਾਤਰ ਜੁੜੇ ਹੋਏ ਨੇ। ਭਾਵੇਂ ਕੋਈ ਪੁੱਤਰ ਹੈ, ਭਾਵੇਂ ਇਸਤਰੀ ਹੈ, ਭਾਵੇਂ ਹੋਰ ਕੁਟੁੰਬਾ ਆਦਮੀ ਜਾਂ ਇਸਤਰੀਆਂ ਜੋ ਵੀ ਤੁਹਾਡੇ ਨਾਲ ਜੁੜੇ ਹੋਏ ਨੇ, ਇਹ ਸਾਰੀ ਕਹਿੰਦੀ ਮਾਇਆ ਦੀ ਕਰਕੇ ਜੁੜੀ ਹੋਈ ਨੇ। ਜਿਸ ਦਿਨ ਇਨਕਾ ਸਵਾਏ ਕੋਈ ਨਾ ਆਵੇ, ਤਿਸ ਦਿਨ ਨੇੜੇ ਕੋਈ ਨਾ ਢਪਾਸਾ। ਜਦੋਂ ਤੁਹਾਡੇ ਕੋਲ ਕੁਛ ਨਹੀਂ ਹੋਵੇਗਾ, ਇਹਨਾਂ ਤੁਹਾਡੇ ਨਾਲ ਕੋਈ ਨਹੀਂ ਖੜਨਾ। ਉਤਨੀ ਦੇਰ ਤੱਕ ਤੁਹਾਡੇ ਨਾਲ ਖੜੇ ਨੇ ਜਿਤਨੀ ਦੇਰ ਤੱਕ ਤੁਹਾਡੇ ਕੋਲ ਮਾਇਆ ਹੈ। ਚਾਰ ਕੌਡੀਆਂ ਨੇ, ਉਤਨੀ ਦੇਰ ਤੱਕ ਕਹਿੰਦੇ ਇਹ ਮਾਇਆ ਦੇ ਸਾਥੀ ਨੇ ਸਾਰੇ। ਇਹ ਮੰਨ ਲਓ ਤੁਸੀਂ ਸਮਝੀ ਬੈਠੇ ਹੋ ਕਿ ਇਹ ਸਾਡੇ ਧੀਆਂ ਪੁੱਤਰ, ਇਹ ਸਾਡੇ ਭੈਣ ਭਰਾ, ਇਹ ਸਾਡਾ ਕੁਟੁੰਬਾ ਰਿਸ਼ਤੇਦਾਰ, ਕਹਿੰਦੇ ਇਹਨਾਂ ਦੇ ਵਿੱਚ ਇੱਕ ਵੀ ਤੁਹਾਡਾ ਨਹੀਂ ਹੈ, ਸਾਰੀ ਮਾਇਆ ਦੇ ਸਾਥੀ ਨੇ। ਕਿਸ ਹੋ ਜਾਚੇ ਕਿਸ ਆਰਾਧੇ, ਸਭ ਕੋ ਕੀਤਾ ਹੋਸੀ। ਸੰਸਾਰ ਦੇ ਵਿੱਚ ਜੋ ਕੁਝ ਵੀ ਹੁੰਦਾ ਪਰਮੇਸ਼ਰ ਦਾ ਹੀ ਕੀਤਾ ਹੁੰਦਾ। ਪਿਆਰਿਓ, ਜੋ ਕੁਝ ਵੀ ਵਰਤਦਾ ਪਰਮੇਸ਼ਰ ਦਾ ਕੀਤਾ ਹੋਇਆ ਹੀ ਵਰਤਦਾ। ਵਾਹਿਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੁਰ ਲਸੀ। ਕਹਿੰਦੇ ਵੇਖੋ ਝਾਤੀ ਮਾਰ ਕੇ ਪਿਆਰਿਓ ਕਿਵੇਂ ਸਾਡੇ ਇਹ ਸਾਥੀ ਬਣ ਗਏ ਕਿ ਕੋਈ ਨਾ ਕੋਈ ਸੰਜੋਗਾਂ ਦੇ ਕਰਕੇ ਇਹ ਸਾਡੇ ਸਾਥੀ ਬਣੇ ਹੋਏ ਨੇ। ਜੋ ਜੋ ਦਿਸੈ ਵੱਡਾ ਵਡੇਰਾ, ਕਹਿੰਦੇ ਆਪਣੇ ਵੱਡਿਆਂ ਵੱਲ ਝਾਤੀ ਮਾਰ ਕੇ ਵੇਖੋ ਜਾਂ ਧਨਵਾਨਾਂ ਵੱਲ ਝਾਤੀ ਮਾਰ ਕੇ ਵੇਖੋ। ਸੋ ਸੋ ਖਾਕੂ ਰਲਸੀ, ਇਹਨਾਂ ਸਾਰਿਆਂ ਨੇ ਇੱਕ ਦਿਨ ਖਾਕ ਦੇ ਵਿੱਚ ਮਿਲ ਜਾਣਾ ਹੈ, ਖਾਕ ਦੇ ਵਿੱਚ ਰਲ ਜਾਣਾ ਸਾਰਿਆਂ ਨੇ। ਕੇਵਲ ਤੇ ਕੇਵਲ ਉਹ ਪਰਮੇਸ਼ਰ ਹੈ ਜਿਹੜਾ ਅੰਤ ਤੱਕ ਤੁਹਾਡਾ ਸਹਾਈ ਹੋਵੇਗਾ। ਬਿਨ ਹਰਿ ਕਾਮ ਨ ਆਵਤ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਵੀ ਪਿਆਰਿਓ ਕੰਮ ਨਹੀਂ ਜੇ ਹੁੰਦਾ। ਇਹ ਬਾਕੀ ਜਿਤਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਨੇ, ਇਹ ਸਾਰੇ ਝੂਠੇ ਨਾਤੇ ਨੇ। ਇਹਨਾਂ ਦੇ ਵਿੱਚ ਸੱਚਾ ਨਾਤਾ ਜੇ ਕੋਈ ਹੈ ਤੇ ਗੁਰੂ ਦਾ ਹੈ। ਪਿਆਰਿਓ, ਜਿਹੜਾ ਗੁਰੂ ਦੇ ਨਾਲ ਆਪਣੀ ਨੇੜਤਾ ਬਣਾ ਲੈਂਦਾ, ਗੁਰੂ ਦੇ ਨਾਲ ਆਪਣੀ ਸਾਂਝ ਪਾ ਲੈਂਦਾ, ਗੁਰੂ ਦਾ ਬਣ ਜਾਂਦਾ, ਪਿਆਰਿਓ ਉਹੀ ਭਾਵ ਸੰਸਾਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਨਹੀਂ ਤੇ ਸਾਰੇ ਹੀ ਮਾਇਆ ਦੇ ਵਿੱਚ ਖਚਤ ਹਨ, ਮਾਇਆ ਦੇ ਵਿੱਚ ਲਪਟੇ ਹੋਏ ਹਨ। ਕੋਈ ਪਿਆਰੇ ਪ੍ਰਭੂ ਦਾ ਪਿਆਰਾ ਉਸ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਦੁਖੀ, ਕਿਸੇ ਨੂੰ ਭਿਆਨਕ ਬਿਮਾਰੀ ਕੋਹੜ ਦੀ ਲੱਗੀ ਹੋਈ ਹੈ, ਕਿਸੇ ਨੂੰ ਭਿਆਨਕ ਬਿਮਾਰੀ ਕੈਂਸਰ ਦੀ ਲੱਗੀ ਹੋਈ ਹੈ, ਕਿਸੇ ਨੂੰ ਕੋਈ TB ਦੀ ਬਿਮਾਰੀ ਲੱਗੀ ਹੋਈ ਹੈ। ਭਿਆਨਕ ਬਿਮਾਰੀਆਂ ਲੱਗੀਆਂ ਹੋਈਆਂ ਸਾਰਿਆਂ ਨੂੰ, ਇਹ ਰੋ ਰਹੇ ਨੇ ਕਿ ਪ੍ਰਭੂ ਦਾ ਪਿਆਰਾ ਉਹਨਾਂ ਨੂੰ ਤਰਸ ਆ ਗਿਆ, ਉਹਨਾਂ ਨੂੰ ਤਰਸ ਆ ਗਿਆ। ਕਹਿੰਦੇ ਐ ਪਰਮੇਸ਼ਰ, ਕਹਿੰਦੇ ਇਹਨਾਂ ਨੂੰ
ਨਜ਼ਾਕਤ ਦਵਾ ਦੇਵੋ, ਇਹਨਾਂ ਦੀਆਂ ਬਿਮਾਰੀਆਂ ਹਟਾ ਦੇਵੋ, ਇਹਨਾਂ ਨੂੰ ਦੁਖੀ ਨੇ ਜਿਹੜੇ ਇਹਨਾਂ ਦਾ ਦੁੱਖ ਕੱਟ ਦੇਵੋ। ਕਹਿੰਦੇ ਇਹਨਾਂ ਦਾ ਸਮਾਂ ਆ ਗਿਆ, ਇਹਨਾਂ ਦੀ ਹੁਣ ਮਰਨ ਦਾ ਸਮਾਂ ਹੈ, ਇਹਨਾਂ ਦੇ ਮਰਨ ਦਾ ਸਮਾਂ। ਕਹਿੰਦੇ ਇਹਨਾਂ ਨੂੰ ਕੁਝ ਸਮਾਂ ਬਖਸ਼ ਦੇਵੋ, ਬਖਸ਼ ਦੇਵੋ। ਪਰਮੇਸ਼ਰ ਦੇ ਪਿਆਰੇ ਨੇ ਜਿਸ ਵੇਲੇ ਪਰਮੇਸ਼ਰ ਦੀ ਕੋਲ ਫਰਿਆਦ ਕੀਤੀ, ਕਹਿੰਦੀ ਭਗਤ ਜੀ ਪ੍ਰਭੂ ਦੇ ਪਿਆਰਿਓ, ਤੁਸੀਂ ਤੇ ਇਹ ਗੱਲ ਕਹਿੰਦੇ ਹੋ ਕਿਉਂਕਿ ਪਰਮੇਸ਼ਰ ਦੇ ਪਿਆਰੇ ਕਿਸੇ ਦਾ ਮਾੜਾ ਨਹੀਂ ਕਰਦੇ। ਉਹ ਕਹਿੰਦੇ ਕਿ ਇਹਨਾਂ ਦਾ ਭਲਾ ਹੋ ਜਾਵੇ, ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਣ, ਕਿ ਕੁਝ ਸਮਾਂ ਇਹਨਾਂ ਨੂੰ ਨਾਮ ਜਪਣ ਵਾਸਤੇ ਦੇਵੋ। ਹਾਲੀ ਇਹਨਾਂ ਨੂੰ ਨਾ ਲਜਾਵੋ, ਹਾਲੀ ਇਹਨਾਂ ਨੂੰ ਨਾ ਲਜਾਵੋ, ਕੁਝ ਸਮਾਂ ਇਹਨਾਂ ਨੂੰ ਬਖਸ਼ ਦੇਵੋ। ਕਹਿੰਦੇ ਠੀਕ ਹੈ, ਜੇ ਤੂੰ ਇਹ ਵੇਖਣਾ ਚਾਹੁੰਦਾ ਤੇ ਤੈਨੂੰ ਇਹ ਵੀ ਗੱਲ ਵਿਖਾ ਦਿੰਦੇ ਹਾਂ। ਕਹਿੰਦੇ ਇਹਨਾਂ ਸੁਧਰਨਾ ਕੋਈ ਨਹੀਂ, ਇਹਨਾਂ ਨੇ ਸੁਧਰਨਾ ਕੋਈ ਨਹੀਂ, ਤੇਰੇ ਕਹਿਣ ਤੇ ਅਸੀਂ ਕਹਿੰਦੇ ਜੇ ਚਾਹੁੰਦਾ ਤੇ ਕਹਿੰਦੇ ਤੂੰ ਇਹ ਵੀ ਰੰਗ ਵੇਖ ਲੈ। ਕਹਿੰਦੇ ਹੁਣ ਜਿਤਨੇ ਵੀ ਮਨੁੱਖ ਸਨ, ਕੋਈ ਕੋੜ ਦਾ ਮਰੀਜ਼, ਕੋਈ ਕੈਂਸਰ ਦਾ ਮਰੀਜ਼, ਕੋਈ ਟੀਬੀ ਦਾ ਮਰੀਜ਼, ਕੋਈ ਸ਼ੂਗਰ ਦਾ, ਜਿਹੜੇ ਵੀ ਹੈ ਸਨ, ਇਹਨਾਂ ਸਾਰਿਆਂ ਨੇ ਜਿਸ ਵੇਲੇ ਪਰਮੇਸ਼ਰ ਨੇ ਮੰਨ ਲਈ, ਆਖਿਆ ਕਿ ਕੁਝ ਸਮਾਂ ਇਹਨਾਂ ਨੂੰ ਦੇ ਦਿੰਦੇ ਹਾਂ, ਇਹ ਕੁਝ ਸਮਾਂ ਇਹਨਾਂ ਨੂੰ ਦੇ ਦਿੰਦੇ ਹਾਂ ਕਿ ਵੇਖ ਲਈ ਸੁਧਰਨਾ ਇਹਨਾਂ ਨੇ ਕੋਈ ਨਹੀਂ। ਇਹਨਾਂ ਦੇ ਨਾਲ ਬੇਸ਼ੱਕ ਇਕਰਾਰ ਲੈ ਲਾ। ਪ੍ਰਭੂ ਦੇ ਪਿਆਰੇ ਨੇ ਆਖਿਆ ਤੁਸੀਂ ਸਾਰਿਆਂ ਨੇ ਕਹਿੰਦੀ ਪਰਮੇਸ਼ਰ ਦਾ ਚਿੰਤਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ, ਧਰਮਸ਼ਾਲਾ ਦੇ ਵਿੱਚ ਜਾਣਾ, ਗੁਰਦੁਆਰੇ ਜਾਣਾ, ਮੰਦਰ ਜਾਣਾ, ਮਸਜਿਦ ਤੁਸੀਂ ਜਾਣਾ ਹੈ, ਧਰਮ ਦੇ ਕਰਮ ਕਰਨੇ ਨੇ। ਇਹ ਪਿਆਰੇ ਜਦੋਂ ਦੂਸਰਾ ਦਿਨ ਹੋਇਆ ਤੇ ਉਹ ਜਿਤਨੇ ਵੀ ਮਨੁੱਖ ਸਨ ਉਹਨਾਂ ਨੇ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜੇ ਕੰਮ ਪਾਪ ਕਰਮ ਪਹਿਲਾਂ ਕਰਦੇ ਸੀ ਉਹੀ ਕਰਮ ਪਿਆਰੇ ਜਦੋਂ ਬੰਦੇ ਨੂੰ ਥੋੜੀ ਜਿਹੀ ਨਜਾਕਤ ਮਿਲ ਜਾਂਦੀ ਹੈ ਕਿਸੇ ਬਿਮਾਰੀ ਤੋਂ, ਬੰਦਾ ਥੋੜਾ ਜਿਹਾ ਠੀਕ ਹੋ ਜਾਂਦਾ ਕਿ ਆਪਣਾ ਸੁਭਾਅ ਫਿਰ ਉੱਥੀ ਲੈ ਗਿਆ, ਉਹੋ ਜਿਹੇ ਕਰਮ ਫਿਰ ਕਰਨੇ ਸ਼ੁਰੂ ਕਰ ਦਿੰਦਾ ਹੈ। ਉਹੀ ਕਰਮ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ, ਭੈੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਲੋਕਾਂ ਦਾ ਬੁਰਾ ਕਰਨਾ ਸ਼ੁਰੂ ਕਰ ਦਿੱਤਾ, ਸ਼ਰਾਬਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ, ਕਲੱਬਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉਹ ਸਾਧੂ ਸਵੇਰੇ ਉਹਨਾਂ ਨੂੰ ਕਹਿੰਦਾ ਉਹ ਤੁਹਾਨੂੰ ਜਾਨ ਤੁਹਾਡੀ ਬਖਸ਼ਵਾਈ ਇਸ ਕਰਕੇ ਪਰਮੇਸ਼ਰ ਦੇ ਕੋਲੋਂ ਕਿ ਤੁਸੀਂ ਕੋਈ ਧਰਮ ਦਾ ਕਰਮ ਕਰੋਗੇ, ਕੋਈ ਚੰਗਾ ਕਰਮ ਕਰੋਗੇ। ਉਹ ਸਾਧੂ ਨੂੰ ਕਹਿੰਦੇ ਸਾਨੂੰ ਤੂੰ ਆਪਣੀ ਜ਼ਿੰਦਗੀ ਜਿਉਣ ਦੇ, ਅਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਸਾਨੂੰ ਪਤਾ ਪਿਆਰਿਓ ਬਦਲਦਾ ਕੋਈ ਨਹੀਂ, ਬਦਲਦਾ ਕੋਈ ਨਹੀਂ ਆਪਣੇ ਆਪੇ ਨੂੰ। ਹਾਂ ਪਰਮੇਸ਼ਰ ਦੀ ਜੇ ਕਿਤੇ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਜਦੋਂ ਪਰਮੇਸ਼ਰ ਕਈ ਵਾਰੀ ਝਟਕਾ ਦਿੰਦਾ ਨਾ, ਇੱਕ ਵਾਰੀ ਕੋਈ ਦੁੱਖ ਆਉਂਦਾ, ਦੁੱਖ ਲੱਗੇ ਤਾਂ ਰਾਮ ਪੁਕਾਰਾ ਜੀ, ਤੇ ਜੇ ਕਿਧਰੇ ਦੁੱਖ ਦੇ ਵਿੱਚੋਂ ਨਿਕਲ ਕੇ ਪਰਮੇਸ਼ਰ ਵਾਲੇ ਪਾਸੇ ਲੱਗ ਜਾਵੇ ਤੇ ਠੀਕ ਹੈ, ਆਪਣੇ ਸੁਭਾਅ ਨੂੰ ਤਬਦੀਲ ਕਰ ਲਵੇ ਤੇ ਠੀਕ ਹੈ। ਪਰ ਜੇ ਫਿਰ ਵੀ ਆਪਣਾ ਸੁਭਾਅ ਤਬਦੀਲ ਨਹੀਂ ਕਰਦਾ ਤੇ ਫਿਰ ਪਰਮੇਸ਼ਰ ਦਾ ਡੰਡ, ਜਮ ਕਾ ਡੰਡ ਮੂੰਡ ਮੇ ਲਾਗੇ, ਫਿਰ ਤੇ ਜਮਾ ਦਾ ਡੰਡਾ ਜ਼ਰੂਰ ਹੀ ਵੱਜੇਗਾ, ਜ਼ਰੂਰ ਹੀ ਵੱਜੇਗਾ। ਨਾਸਤਿਕ ਮਨੁੱਖ ਪਰਮੇਸ਼ਰ ਨੂੰ ਮੰਨਦਾ ਕੋਈ ਨਹੀਂ। ਸਤਿਗੁਰਾਂ ਦੇ ਮੁਬਾਰਕ ਵਚਨ ਭਗਤ ਕਬੀਰ ਜੀ ਦੇ ਬਚਨ ਹਨ, ਉਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਕਹਿੰਦੇ ਮਨੁੱਖ ਪੈਦਾ ਹੁੰਦਾ, ਵੱਡਾ ਹੁੰਦਾ ਤੇ ਫਿਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਨੈਨੋ ਦੇਖਤ ਇਹ ਜਗ ਜਾਈ, ਇਹਦੀ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਇਹ ਜਗਤ ਤੁਰਿਆ ਜਾ ਰਿਹਾ। ਲਾਜ ਨ ਮਰੂ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਿਛ ਤੇਰਾ। ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ, ਤੈਨੂੰ ਲਾਜ ਨਹੀਂ ਆਉਂਦੀ, ਇਸ ਸਰੀਰ ਨੂੰ ਕਹਿਣਾ ਤੂੰ ਮੇਰਾ ਆ, ਇਹ ਘਰ ਨੂੰ ਤੂੰ ਕਹਿਣਾ ਮੇਰਾ, ਅੰਤ ਕੀ ਬਾਰ ਨਹੀਂ ਕੁਛ ਤੇਰਾ। ਅੱਗੇ ਫਿਰ ਭਗਤ ਜੀ ਕਹਿ ਰਹੇ ਨੇ ਅਨਕ ਜਤਨ ਕਰ ਕਾਇਆ ਪਾਲੀ। ਕਹਿੰਦੇ ਇਸ ਸਰੀਰ ਨੂੰ ਕਿਵੇਂ ਮਨੁੱਖ ਪਾਲਦਾ ਹੈ, ਬੜਿਆਂ ਯਤਨਾਂ ਦੇ ਨਾਲ ਪਾਲਦਾ। ਇਹ ਸ਼ਬਦ ਦੇ ਵਿੱਚ ਵੀ ਅੱਗੇ ਜਾ ਕੇ ਆਵੇਗਾ। ਅੰਤ ਕੀ ਬਾਤ ਅਗਨ ਸੰਗ ਜਾਲੀ। ਕਹਿੰਦੇ ਬੜਿਆਂ ਤਰੀਕਿਆਂ ਦੇ ਨਾਲ ਮਨੁੱਖ ਇਸ ਸਰੀਰ ਨੂੰ ਪਾਲਦਾ ਤੇ ਹੁੰਦਾ ਕੀ ਆ, ਅੰਤ ਵੇਲੇ ਅੱਗ ਦੇ ਵਿੱਚ ਇਹ ਸਰੀਰ ਸਾੜਿਆ ਜਾਂਦਾ ਹੈ। ਚੋਆ ਚੰਦਨ ਮਰਦਨ ਅੰਗਾ।
ਸਰੀਰ ਨੂੰ ਮਨੁੱਖ ਕਿਤਨੇ ਅਤਰ ਫਰੇਬ ਸ਼ੈਂਟ ਵਰਤਦਾ ਸਰੀਰ ਵਾਸਤੇ। ਸੋ ਤਨ ਜਲੈ ਕਾਠ ਕੈ ਸੰਗਾ। ਕਹਿੰਦੇ ਇਸ ਸਰੀਰ ਨੇ ਇੱਕ ਦਿਨ ਲੱਕੜਾਂ ਦੀ ਢੇਰ ਦੇ ਵਿੱਚ ਸੜ ਕੇ ਸਵਾਹ ਹੋ ਜਾਣਾ। ਕਹਿਤ ਕਬੀਰ ਸੁਨੋ ਰੇ ਗੁਨੀਆ, ਬਿਨ ਸੇ ਗੋ ਰੂਪ ਦੇਖੈ ਸਭ ਦੁਨੀਆ। ਇਹਦੇ ਇਹ ਸੁਣ ਲੈ, ਇਹ ਜਿਹੜਾ ਤੇਰਾ ਸੁੰਦਰ ਸਰੂਪ ਹੈ ਇੱਕ ਦਿਨ ਖਤਮ ਹੋ ਜਾਣਾ। ਨਰੂ ਮਰੇ ਨਰ ਕਾਮ ਨ ਆਵੇ। ਮਨੁੱਖ ਮਰਦਾ ਕਿਸੇ ਕੰਮ ਨਹੀਂ ਜੇ ਆਉਂਦਾ। ਪਸ਼ੂ ਮਰੇ 10 ਕਾਜ ਸਵਾਰੈ। ਇਹ ਪਸ਼ੂ ਮਰਦਾ ਪਿਆਰੇ, ਉਹਦਾ ਚਮੜਾ ਵੀ ਕੰਮ ਆ ਜਾਂਦਾ, ਜੁੱਤੀਆਂ ਪਾਈਆਂ ਜਾਂਦੀਆਂ, ਹੋਰ ਕਈ ਕਾਜ ਸਵਾਰਦਾ ਹੈ। ਪਸ਼ੂ ਮਰੇ 10 ਕਾਜ ਸਵਾਰ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ। ਮੈਂ ਕਿਆ ਜਾਣੂ ਬਾਬਾ ਰੇ, ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋਵੇਗਾ, ਕਿਉਂਕਿ ਮੇਰੇ ਜਿਹੜੇ ਲੱਛਣ ਨੇ ਉਹ ਬੜੇ ਮਾੜੇ ਨੇ, ਮੇਰੇ ਕਰਮ ਬੜੇ ਮਾੜੇ ਨੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਨਹੀਂ ਇਸ ਗੱਲ ਨੂੰ ਜਾਣਦਾ, ਮੈਂ ਕਿਆ ਜਾਣੂ ਬਾਬਾ ਰੇ। ਹਾਡ ਜਰੇ ਜੈਸੇ ਲੱਕੜੀ ਕਾ ਤੂਲਾ। ਹੱਡ ਤੇ ਕਹਿੰਦੇ ਇਵੇਂ ਜਲ ਜਾਣੇ ਨੇ ਜਿਵੇਂ ਲੱਕੜਾਂ ਦਾ ਕੂੜਾ ਹੈ। ਕੇਸ ਜਰੇ ਜੈਸੇ ਘਾਸ ਕਾ ਫੂਲਾ। ਕੇਸ ਕਹਿੰਦੇ ਤੇਰੇ ਏਦਾਂ ਸੜ ਕੇ ਸਵਾਹ ਹੋ ਜਾਣੇ ਨੇ ਜਿਵੇਂ ਘਾਹ ਦਾ ਕੂੜਾ ਹੋਵੇ। ਕਹਿਤ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਉਦੋਂ ਇਹਨੂੰ ਜਾਗ ਆਉਂਦੀ ਹੈ ਜਦੋਂ ਜਮ ਆ ਕੇ ਚੋਟੀ ਤੋਂ ਫੜ ਲੈਂਦੇ, ਪਰ ਉਦੋਂ ਕੋਈ ਵਾਹ ਕੁਛ ਨਹੀਂ ਜਾਂਦੀ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਹਾਡ ਮਾਸ ਨਾੜੀ ਕੋ ਪਿੰਜਰ ਹੈ ਕੀਆ ਤੇਰਾ। ਇਤੀ ਕਹਿੰਦੀ ਇੱਕ ਮਾਸ ਦਾ ਲੋਥੜਾ, ਹੱਡੀਆਂ ਦਾ ਪਿੰਜਰਾ। ਪੰਖੀ ਵਸੇ ਵਿਚਾਰਾ, ਵਿੱਚ ਉਹ ਪੰਖੀ ਵਸਦਾ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਰਾਖੋ ਕੰਧ ਉਸਾਰੋ ਨੀਵਾ, ਸਾਡੇ 3 ਹਾਥ ਤੇਰੀ ਸੇਵਾ। ਆਖਿਰਕਾਰ ਤੇਰਾ ਕਿਤਨੀ ਕੁ ਜਗ੍ਹਾ ਤੇਰੀ, ਸਾਡੇ 3 ਹੱਥ ਧਰਤੀ ਤੇਰੀ, ਉਹ ਵੱਡਿਆਂ ਜ਼ਮੀਨਾਂ ਵਾਲੇ। ਸਾਡੇ 3 ਹਾਥ ਤੇਰੀ ਸੇਵਾ। ਬੰਕੇ ਬਾਲ ਪਾਗ ਸਿਰ ਡੇਰੇ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਹਿੰਦੇ ਵਾਲਾਂ ਨੂੰ ਬੜਾ ਸਵਾਰਦਾ, ਬੜੀ ਟੇਢੀ ਟੇਢੀ ਕਰਕੇ ਪੱਗ ਬੰਨਦਾ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਇੱਕ ਦਿਨ ਕਹਿੰਦੇ ਇਹ ਸਰੀਰ ਨੇ ਖਾਕ ਦੇ ਵਿੱਚ ਮਿਲ ਜਾਣਾ, ਇਹ ਖਾਕ ਦੇ ਵਿੱਚ ਮਿਲ ਜਾਣਾ। ਤੇ ਸਤਿਗੁਰੂ ਜੀ ਇੱਥੇ ਆਪਣੀ ਪਾਵਨ ਬਚਨਾਂ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਕਹਿੰਦੇ ਜਿਤਨੇ ਵੀ ਰਿਸ਼ਤੇ ਨਾਤੇ ਨੇ ਇਹ ਸਾਰੇ ਹੀ ਝੂਠ ਦੇ ਨੇ। ਇਹਨਾਂ ਦੇ ਵਿੱਚ ਕੋਈ ਵੀ ਤੇਰਾ ਆਪਣਾ ਨਹੀਂ ਆ, ਕੋਈ ਵੀ ਤੇਰਾ ਆਪਣੇ ਕਾਲ ਦਾ ਪਤਾ ਨਹੀਂ ਕਦੋਂ ਇਸਨੇ ਆ ਜਾਣਾ ਹੈ। ਤੇ ਤੂੰ ਉਸ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ ਜਪ ਲੈ। ਪੁੱਤਰ ਕਲਤਰ ਲੋਕ ਗ੍ਰਹਿ ਬੰਤਾ, ਮਾਇਆ ਸਨ ਬੰਦੇ ਹੀ। ਜਿੰਨੇ ਵੀ ਤੇਰੇ ਸਾਖ ਸੰਬੰਧੀ ਨੇ, ਤੇਰੇ ਪੁੱਤਰ, ਤੇਰੇ ਮਿੱਤਰ, ਤੇਰੀ ਘਰਵਾਲੀ, ਜਿਤਨੇ ਵੀ ਕੁਟੁੰਬਾ, ਕੋਈ ਆਦਮੀ, ਕੋਈ ਇਸਤਰੀਆਂ, ਇਹ ਸਾਰੇ ਵੀ ਤੇਰੇ ਜਿਤਨੇ ਸੰਗੀ ਸਾਥੀ ਨੇ। ਅੰਤ ਕੀ ਬਾਤ ਕੋ ਖਰਾ ਨਾ ਹੋਸੀ, ਸਭ ਵਿੱਚ ਆਏ ਅਸਨੇਹੀ। ਤੇਰਾ ਮਦਦਗਾਰ ਕਿਸੇ ਨੇ ਨਹੀਂ ਬਣਨਾ, ਅੰਤ ਸਮੇਂ ਤੇਰਾ ਸਾਥੀ ਕਿਸੇ ਨੇ ਨਹੀਂ ਬਣਨਾ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸ ਹੋਵੈ ਪਾਪਾਂ ਮਲ ਖੋਵੈ, ਸੋ ਸਿਮਰੋ ਪ੍ਰਧਾਨ ਹੈ। ਇਹ ਕਹਿੰਦੇ ਕਿਸੇ ਨੇ ਵੀ ਤੇਰਾ ਸਾਥੀ ਨਹੀਂ ਬਣਨਾ, ਕਿਸੇ ਨੇ ਤੇਰਾ ਮਦਦਗਾਰ ਨਹੀਂ ਬਣਨਾ। ਮਦਦਗਾਰ ਜੇ ਬਣਨਾ ਹੈ ਤੇ ਪਰਮੇਸ਼ਰ ਨੇ ਬਣਨਾ ਹੈ, ਉਸੇ ਨੂੰ ਆਪਣਾ ਸਾਥੀ ਬਣਾ ਲੈ। ਰੇ ਨਰ ਕਾਹੇ ਪਪੋਰੋ ਦੇਹੀ। ਐ ਮਨੁੱਖ ਦੇਹੀ ਦੀ ਤੇ ਬੜੀ ਸਾਂਭ ਕਰਦਾ, ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤਾ ਭਗਤ ਜੀਆਂ ਦਾ ਸ਼ਬਦ। ਕਿਤਨੇ ਤਰੀਕਿਆਂ ਦੇ ਨਾਲ ਦੇਹੀ ਨੂੰ ਮਨੁੱਖ ਪਾਲਦਾ ਹੈ। ਰੇ ਨਰ ਕਾਹੇ ਪਪੋਰੋ ਦੇਹੀ, ਬੜਾ ਸਾਂਭ ਰਿਹਾ, ਬੜੀ ਦੇਖ ਰੇਖ ਇਸ ਦੇਹੀ ਦੀ ਕਰਦਾ। ਉਡ ਜਾਏਗੋ ਤੂੰ ਬਾਦਰੂ,
ਇੱਕ ਭਾਜੋ ਰਾਮ ਸਨੇਹੀ। ਇਹ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਬੱਦਲ ਆਉਂਦੀ ਪਿਆਰੂ ਆਪਾਂ ਵੇਖਦੇ ਹਾਂ ਕਿ ਧੂੰਆਂ ਹੁੰਦਾ, ਇਹ ਕਹਿੰਦੇ ਉੱਡ ਜਾਂਦਾ ਨਾ ਬੱਦਲ ਟਿਕਦਾ ਹੈ ਨਾ ਧੂੰਆਂ ਟਿਕਦਾ ਹੈ। ਇੱਕ ਭਾਜੋ ਰਾਮ ਸਨੇਹੀ। ਕਹਿੰਦੇ ਇਹ ਇਸੇ ਤਰ੍ਹਾਂ ਹੀ ਤੇਰਾ ਸਰੀਰ ਹੈ, ਇੱਕ ਦਿਨ ਬਿਨਸ ਜਾਣਾ ਏ। ਇੱਕ ਪਰਮੇਸ਼ਰ ਦਾ ਸਿਮਰਨ ਕਰ ਲੈ। ਇਹ ਜਗ ਧੂਵੇਂ ਕਾ ਪਹਾੜ, ਤੈਂ ਸਾਚਾ ਮਨ ਇਹ ਵਿਚਾਰ। ਕਹਿੰਦੇ ਇਹ ਜਗਤ ਜਿਹੜਾ ਜਿਤਨਾ ਵੀ ਆ ਇੱਕ ਧੂਵੇਂ ਦਾ ਪਹਾੜ ਬਣਿਆ ਹੋਇਆ, ਇਹ ਝੂਠਾ ਮੂਠਾ, ਇਹ ਸੱਚਾ ਨਹੀਂ ਹੈ। ਅਸੀਂ ਸੱਚ ਸਾਰੀ ਸਮਝੀ ਬੈਠੇ ਹਾਂ ਪਿਆਰਿਓ। ਇਸ ਜਗਤ ਨੂੰ ਹਰ ਮਨੁੱਖ ਸੱਚਾ ਸਮਝੀ ਬੈਠਾ ਹੈ, ਪਰ ਇਹ ਵਾਸਤਵ ਦੇ ਵਿੱਚ ਸੱਚਾ ਹੈ ਕੋਈ ਨਹੀਂ। ਵਾਸਤਵ ਦੇ ਵਿੱਚ ਇਹ ਸੱਚਾ ਹੈ ਕੋਈ ਨਹੀਂ। ਕਹਿੰਦੇ ਇੱਕ ਮਨੁੱਖ ਪ੍ਰਭੂ ਦੀ ਬੰਦਗੀ ਵਾਲਾ ਰੋਜ਼ਾਨਾ ਹੀ ਕਹਿੰਦੇ ਉਸਨੇ ਸਹਿਜ ਪਾਠ ਕਰਿਆ ਕਰਨਾ। ਤੇ ਜਦੋਂ ਸਹਿਜ ਪਾਠ ਕਰਦਿਆਂ ਬਾਣੀ ਨੂੰ ਵਿਚਾਰਦਿਆਂ ਕਹਿੰਦੇ ਇਸ ਪੰਕਤੀ ਦੇ ਉੱਤੇ ਆਉਣਾ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ, ਇਹ ਜਗ ਧੂਏ ਕਾ ਪਹਾੜ। ਕਹਿੰਦੇ ਟਿਕ ਜਾਣਾ ਉੱਥੇ, ਬਾਹਰ ਵੇਖਣਾ। ਸਤਿਗੁਰੂ ਕਹਿ ਰਹੇ ਨੇ ਇਹ ਜਗਤ ਧੂਏ ਦਾ ਪਹਾੜ ਹੈ, ਪਰ ਇਹ ਤੇ ਦਿਖਾਈ ਦੇ ਰਿਹਾ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਨ ਭਠੀਆਂ ਕਿਉਂ ਲਹੀ ਪਿਆਸਾ। ਬਾਜੀਗਰ ਦੀ ਖੇਡ ਜੋ ਸਭ ਜਗਤ ਤਮਾਸ਼ਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜਾ ਜਗਤ ਦਾ ਤਮਾਸ਼ਾ ਇੱਕ ਬਾਜੀਗਰ ਦਾ ਖੇਡ ਹੈ। ਜਿਵੇਂ ਬਾਜੀਗਰ ਖੇਡ ਕਰਦਾ ਨਾ, ਇਹ ਉਸ ਬਾਜੀਗਰ ਦੀ ਖੇਡ ਹੈ ਪਿਆਰਿਓ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਸੁਨੇ ਬੋਲੇ ਦੌੜਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਮਨ ਬਚ ਕ੍ਰਮ ਰਸ ਅਸੀ ਲੁਭਾਨਾ, ਛੋੜ ਗਿਆ ਜਾਹੂ ਸਮਾਨਾ ਕਾਹੂ ਸਮਾਨਾ। ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀਗਰ ਸੋ ਮੋਹਿ ਪ੍ਰੀਤ ਬਣ ਆਈ। ਇਹ ਕਿਤੇ ਸੰਸਾਰ ਨੇ ਇੱਕ ਬਾਜੀ ਪਾਈ ਹੋਈ। ਇਹ ਸੰਸਾਰ ਜਿਤਨਾ ਵੀ ਆ ਇਹ ਬਾਜੀਗਰੀ ਦਾ ਖੇਡ ਹੈ, ਇਹ ਸੱਚਾ ਨਹੀਂ। ਸੱਚਾ ਸਾਨੂੰ ਲੱਗ ਰਿਹਾ। ਕਹਿੰਦੇ ਜਿਸ ਵੇਲੇ ਇਹ ਪੰਕਤੀ ਆਉਣੀ, ਇਹ ਜਗ ਧੂਵੇਂ ਕਾ ਪਹਾੜ, ਉੱਥੇ ਰੁਕ ਜਾਣਾ, ਵਿਚਾਰ ਕਰਨੀ ਇਹ ਕਿਵੇਂ ਜਗ ਧੂਵੇਂ ਦਾ ਪਹਾੜ ਹੋਇਆ। ਕਹਿੰਦੇ ਇੱਕ ਦਿਨ ਕਿਸੇ ਸਾਕ ਸੰਬੰਧੀ ਦੀ ਡੈਥ ਹੋ ਗਈ ਤੇ ਨਾਲ ਜਾਣ ਦਾ ਉਸਨੂੰ ਸਮਾਂ ਮਿਲਿਆ। ਜਿਸ ਵੇਲੇ ਨਾਲ ਗਿਆ ਤੇ ਪਿਆਰਿਓ ਸੰਸਕਾਰ ਜਦੋਂ ਹੁੰਦਾ ਤੇ ਬਾਹਰੋਂ ਚਿਮਨੀ ਦੇ ਵਿੱਚੋਂ ਧੂੰਆਂ ਨਿਕਲਦਾ ਨਾ ਬਾਹਰ, ਤੇ ਨਾਲ ਦੇ ਸਾਥੀ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ, ਪਿਆਰਿਆ ਤੂੰ ਹਮੇਸ਼ਾ ਇਹ ਗੱਲ ਕਰਿਆ ਕਰਦਾ ਹਾਂ ਕਿ ਸਤਿਗੁਰਾਂ ਨੇ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਨੇ, ਇਹ ਜਗ ਧੂਵੇਂ ਕਾ ਪਹਾੜ। ਕਹਿੰਦੇ ਉਹ ਚਿਮਨੀ ਵੱਲ ਵੇਖ ਉੱਪਰ, ਉਸ ਚਿਮਨੀ ਵੱਲ ਵੇਖ। ਆਹ ਸੱਜਣ ਜਿਹੜਾ ਸੀ, ਆਹ ਸਾਡਾ ਜਿਹੜਾ ਮਿੱਤਰ ਸੀ, ਮਰ ਗਿਆ ਤੇ ਕੀ ਬਣ ਗਿਆ? ਉਹ ਧੂੰਆਂ ਬਣ ਕੇ ਉੱਡ ਗਿਆ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਇਹ ਜਗਤ ਸਾਰਾ ਝੂਠਾ ਹੈ, ਇਹ ਸਾਰਾ ਸੰਸਾਰ ਝੂਠਾ ਹੈ, ਇਹ ਬਿਨਸਰਹਾਰ ਹੈ, ਇਹ ਸੱਚਾ ਨਹੀਂ ਆ। ਪਰ ਇਸ ਨੂੰ ਅਸੀਂ ਸੱਚਾ ਸਮਝੀ ਬੈਠੇ ਆ। ਅਸਲ ਦੇ ਵਿੱਚ ਕਿਉਂ ਸੱਚਾ ਸਮਝੀ ਬੈਠੇ ਆ ਕਿ ਅਸੀਂ ਕਾਲ ਨੂੰ ਭੁੱਲੇ ਹੋਏ। ਜਦੋਂ ਮਨੁੱਖ ਕਾਲ ਨੂੰ ਭੁੱਲ ਜਾਂਦਾ ਨਾ, ਉਦੋਂ ਸਮਝ ਲੈਂਦਾ ਕਿ ਇਹ ਜਗਤ ਸੱਚਾ ਹੈ। ਕਹਿੰਦੇ ਮਹਾਭਾਰਤ ਦਾ ਜਦ ਜਿਸ ਵੇਲੇ ਪਾਂਡਵਾਂ ਨੇ ਜਿੱਤਿਆ ਨਾ, ਪਾਂਡਵਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਸੀ, ਹੁਣ ਅਸੀਂ ਜਿੱਤ ਲਿਆ ਸਾਰਾ ਕੁਝ। ਜਿੱਤ ਕੇ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਪੰਜੇ ਭਰਾ ਰਾਜ ਕਰ ਰਹੇ। ਰਾਜ ਕਾਜ ਕਰਦਿਆਂ ਯੁਧਿਸ਼ਟਰ ਉਸ ਵੇਲੇ ਕਹਿੰਦੇ ਰਾਜਾ ਬਣਿਆ। ਇਹ ਰਾਜਾ ਬਣਿਆ ਤੇ ਰਾਜ ਕਾਜ ਇਸ ਤਰ੍ਹਾਂ ਦਾ ਹੋਇਆ ਕਰਦਾ ਸੀ ਪਿਆਰਿਓ ਪਹਿਲਿਆਂ ਸਮਿਆਂ ਦੇ ਵਿੱਚ ਕਿ ਹਰ ਇੱਕ ਨੂੰ ਨਿਆਂ ਕੀਤਾ ਜਾਂਦਾ ਸੀ। ਇਹ ਨਹੀਂ ਸੀ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਇਹ ਗੱਲ ਨਹੀਂ ਸੀ। ਰਾਜੇ ਜਿਹੜੇ ਵੀ ਬਣਦੇ ਸਨ ਉਹ ਧਰਮ ਨਿਆਂ ਕਰਿਆ ਕਰਦੇ ਸਨ। ਉਹਨਾਂ ਦੇ ਕੋਲ ਸਵੇਰ ਤੋਂ ਲੈ ਕੇ ਪ੍ਰਜਾ ਨੇ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣੀਆਂ। ਕਿਸੇ ਦਾ ਦੁੱਖ ਕੋਈ ਹੋਣਾ, ਕਿਸੇ ਦਾ ਦੁੱਖ ਕੋਈ ਹੋਣਾ। ਕਿ ਯੁਧਿਸ਼ਟਰ ਰਾਜਾ ਸੀ, ਸਾਰਾ ਦਿਨ ਲੋਕਾਂ ਦੀਆਂ ਫਰਿਆਦਾਂ ਸੁਣਿਆ ਕਰਨੀਆਂ, ਗੱਲਬਾਤ ਸੁਣਿਆ ਕਰਨੀ ਤੇ ਫਿਰ ਧਰਮ ਦਾ ਨਿਆਂ ਕਰਨਾ। ਪੁਰਾਣਿਆਂ ਸਮਿਆਂ ਦੇ ਵਿੱਚ ਨਿਆਂ ਧਰਮ ਦਾ ਹੀ ਹੋਇਆ ਕਰਦਾ ਸੀ। ਝੂਠ ਦਾ ਬੋਲਬਾਲਾ ਨਹੀਂ ਸੀ, ਕੂੜ ਦਾ ਬੋਲਬਾਲਾ ਨਹੀਂ ਸੀ। ਯਾਰ ਜਿਸ ਵੇਲੇ
ਇਹ ਸਾਰਾ ਦਿਨ ਕਹਿੰਦੇ ਨਿਆਂ ਕਰਦਾ ਰਿਹਾ। ਬਹੁਤ ਸਾਰੇ ਕੇਸ ਆਏ, ਉਹਨਾਂ ਨੂੰ ਨਿਪਟਾਇਆ। ਜਿਹੜਾ ਵੀ ਕੋਈ ਆਉਂਦਾ ਉਹਦੇ ਕੇਸ ਨੂੰ ਨਿਪਟਾਇਆ ਗਿਆ। ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ, ਯੁਧਿਸ਼ਠਿਰ ਕਹਿੰਦਾ ਕਿ ਮੈਂ ਤੇ ਬਹੁਤ ਹੁਣ ਥੱਕ ਗਿਆ, ਬਹੁਤ ਹੁਣ ਥੱਕ ਗਿਆ। ਇੱਕ ਬ੍ਰਾਹਮਣ ਆਇਆ ਕਿ ਮੇਰਾ ਕੇਸ ਸੁਣੋ, ਮੇਰਾ ਕੇਸ ਸੁਣੋ। ਯੁਧਿਸ਼ਠਿਰ ਕਹਿੰਦਾ ਕਿ ਮੈਂ ਤਾਂ ਹੁਣ ਬਹੁਤ ਥੱਕ ਗਿਆ, ਤੁਹਾਡੀ ਗੱਲ ਕੱਲ੍ਹ ਤੇ ਪਾਈ ਜਾਵੇਗੀ, ਤੁਹਾਡਾ ਕੇਸ ਕੱਲ੍ਹ ਨੂੰ ਨਿਪਟਾਇਆ ਜਾਵੇਗਾ। ਕਹਿੰਦੀ ਮੇਰਾ ਜੇ ਕੇਸ ਕੱਲ੍ਹ ਨੂੰ ਨਿਪਟਾਇਆ ਤੇ ਫਾਇਦਾ ਉਹਦਾ ਕੀ ਮੈਨੂੰ ਹੋਵੇਗਾ। ਮੁੜ ਗਿਆ ਕਿ ਕੇਸ ਤੇ ਮੇਰਾ ਅੱਜ ਨਿਪਟਾਉਣ ਵਾਲਾ, ਜੇ ਅੱਜ ਨਾ ਨਿਪਟਾਇਆ ਤੇ ਕੱਲ੍ਹ ਨੂੰ ਤੇ ਫਾਇਦਾ ਕੋਈ ਨਹੀਂ। ਕਹਿੰਦੇ ਉਦਾਸ ਚਿੱਤ ਹੋ ਕੇ ਰੋਂਦਾ ਹੋਇਆ ਬਾਹਰ ਨੂੰ ਨਿਕਲ ਆਇਆ। ਜਿਸ ਵੇਲੇ ਬਾਹਰ ਨੂੰ ਨਿਕਲ ਆਇਆ ਤੇ ਇਹਦਾ ਛੋਟਾ ਭਰਾ ਯੁਧਿਸ਼ਠਿਰ ਦਾ ਭੀਮ, ਉਸ ਨੇ ਵੇਖਿਆ ਕਿ ਬ੍ਰਾਹਮਣ ਕਹਿੰਦੇ ਰੋਂਦਾ ਜਾ ਰਿਹਾ, ਇਹ ਦੁਖੀ ਹੈ ਬ੍ਰਾਹਮਣ। ਇਸ ਨੂੰ ਪੁੱਛਿਆ ਤੇ ਜਾਵੇ ਕਿ ਕੀ ਗੱਲ ਹੋਈ ਹੈ, ਕੀ ਗੱਲ ਹੋਈ ਤੈਨੂੰ, ਤੂੰ ਕਿਉਂ ਇੱਥੋਂ ਰੋਂਦਾ ਜਾ ਰਿਹਾ, ਕਿਉਂ ਦੁਖੀ ਹੋ ਕੇ ਜਾ ਰਿਹਾ। ਭੀਮ ਨੇ ਪੁੱਛਿਆ ਉਸ ਬ੍ਰਾਹਮਣ ਨੂੰ, ਕਹਿੰਦੀ ਕੀ ਗੱਲ ਹੋਈ। ਕਹਿੰਦੀ ਮੈਂ ਅੱਜ ਆਇਆ ਸੀ ਨਿਆਂ ਲੈਣ ਵਾਸਤੇ। ਕਹਿੰਦੀ ਪਤਨੀ ਨੂੰ ਕਹਿੰਦੀ ਪਠਾਨ ਚੁੱਕ ਕੇ ਲੈ ਗਏ ਨੇ ਤੇ ਮੈਂ ਚਾਹੁੰਦਾ ਸੀ ਅੱਜ ਹੀ ਨਿਪਟਾਰਾ ਕੀਤਾ ਜਾਵੇ। ਮੇਰੀ ਪਤਨੀ ਨੂੰ ਲੈ ਗਏ ਨੇ ਤੇ ਜੇ ਮੇਰੀ ਇੱਜ਼ਤ ਚਲਿਆ ਗਈ ਤੇ ਕੱਲ੍ਹ ਤੇ ਇਹਨਾਂ ਨੇ ਕੇਸ ਪਾ ਦਿੱਤਾ ਤੁਹਾਡੇ ਭਰਾਤਾ ਨੇ, ਯੁਧਿਸ਼ਠਿਰ ਨੇ, ਤੇ ਕੱਲ੍ਹ ਦਾ ਕੀ ਭਰੋਸਾ, ਕੱਲ੍ਹ ਦਾ ਕੀ ਭਰੋਸਾ। ਉਸੇ ਵੇਲੇ ਭੀਮ ਨੇ ਪਤਾ ਕੀ ਕੀਤਾ, ਭੀਮ ਨੇ ਕਹਿੰਦੇ ਬਿਗਲ ਵਜਾ ਦਿੱਤੀ। ਬਿਗਲ ਕਿਹੜੀ ਵਜਾਏ, ਖੁਸ਼ੀ ਦੇ ਆਰਮੀ ਨੂੰ ਇਹ ਗੱਲ ਆਖੀ ਕਿ ਤੁਸੀਂ ਸਾਰੇ ਨਗਾਰੇ ਵਜਾਉਣੇ ਸ਼ੁਰੂ ਕਰ ਦਿਓ। ਨਗਾਰੇ ਵਜਾਉਣੇ ਜਿਸ ਵੇਲੇ ਸ਼ੁਰੂ ਕਰ ਦਿੱਤੇ, ਯੁਧਿਸ਼ਠਿਰ ਬਾਹਰ ਆਇਆ ਕੀ ਵੇਖਦਾ ਕਿ ਇਹ ਨਗਾਰੇ ਕਿਸ ਗੱਲ ਦੇ ਵੱਜ ਰਹੇ ਨੇ, ਕਿਸ ਜਿੱਤ ਦੇ ਵਿੱਚ ਨਗਾਰੇ ਵੱਜ ਰਹੇ ਨੇ, ਇਹ ਸ਼ਹਿਨਾਈਆਂ ਕਾਹਦੇ ਵਾਸਤੇ ਵੱਜ ਰਹੀਆਂ ਨੇ। ਕਹਿੰਦੇ ਭੀਮ ਨੂੰ ਪੁੱਛਿਆ ਆਪਣੇ ਭਰਾ ਨੂੰ, ਇਹ ਭਰਾਤਾ ਜੀ ਆਹ ਕਿਸ ਗੱਲ ਦੀਆਂ ਕਹਿੰਦੇ ਸ਼ਹਿਨਾਈਆਂ ਵੱਜ ਰਹੀਆਂ ਨੇ। ਕਹਿੰਦੇ ਤੁਹਾਡੀ ਜਿੱਤ ਹੋਈ ਹੈ ਇਸ ਕਰਕੇ। ਕਹਿੰਦੇ ਮੇਰੀ ਕਿਹੜੀ ਜਿੱਤ ਹੋਈ, ਮੈਨੂੰ ਤਾਂ ਕੋਈ ਪਤਾ ਨਹੀਂ ਕਿ ਮੇਰੀ ਕਿਹੜੀ ਜਿੱਤ ਹੋਈ ਹੈ, ਮੇਰੀ ਕਿਹੜੀ ਜਿੱਤ ਦੇ ਉੱਤੇ ਕਹਿੰਦੇ ਖੁਸ਼ੀਆਂ ਦੀਆਂ ਸ਼ਹਿਨਾਈਆਂ ਤੇ ਇਹ ਢੋਲ ਢਮਕਾ ਵਜਾਇਆ ਜਾ ਰਿਹਾ। ਕਹਿੰਦੇ ਤੁਹਾਡੀ ਜਿੱਤ ਇਹ ਹੋਈ ਹੈ ਕਿ ਤੁਸੀਂ ਕਾਲ ਤੇ ਜਿੱਤ ਪ੍ਰਾਪਤ ਕਰਨੀ ਹੈ, ਤੁਸੀਂ ਕਾਲ ਨੂੰ ਜਿੱਤ ਲਿਆ। ਕਹਿੰਦੇ ਕਿਵੇਂ ਕਾਲ ਨੂੰ ਮੈਂ ਜਿੱਤ ਲਿਆ, ਕਾਲ ਨੂੰ ਮੈਂ ਕਿਵੇਂ ਜਿੱਤ ਲਿਆ। ਕਹਿੰਦੇ ਭਗਤ ਕਬੀਰ ਜੀਆਂ ਦੇ ਵੀ ਪਾਵਨ ਪਵਿੱਤਰ ਬਚਨ ਨੇ, ਕਾਲ ਕਰੰਤਾ ਅਬੇ ਕਰ, ਅਬ ਕਰਤਾ ਸੋਈ ਤਾਲ, ਪਾਸ਼ੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਹਿੰਦੇ ਕੱਲ੍ਹ ਦਾ ਕੰਮ, ਅੱਜ ਦਾ ਕੰਮ ਕਦੇ ਵੀ ਕੱਲ੍ਹ ਤੇ ਨਹੀਂ ਛੱਡਣਾ ਚਾਹੀਦਾ। ਕਹਿੰਦੇ ਜਿਹੜਾ ਅੱਜ ਕੰਮ ਕਰਨਾ ਹੈ ਉਹਨੂੰ ਕੱਲ੍ਹ ਤੇ ਕਦੇ ਨਹੀਂ ਛੱਡਣਾ ਚਾਹੀਦਾ ਕਿ ਤੁਸੀਂ ਤੇ ਕਾਲ ਨੂੰ ਜਿੱਤ ਲਿਆ। ਕਹਿੰਦੇ ਕਿਵੇਂ ਜਿੱਤ ਲਿਆ ਮੈਂ ਕਾਲ ਨੂੰ। ਕਹਿੰਦੇ ਤੁਸੀਂ ਬ੍ਰਾਹਮਣ ਨੂੰ ਇਹ ਗੱਲ ਆਖੀ ਹੈ ਕਿ ਤੇਰਾ ਕੰਮ ਮੈਂ ਕੱਲ੍ਹ ਨੂੰ ਕਰ ਦੇਵਾਂਗਾ, ਇਹਦਾ ਮਤਲਬ ਤੁਹਾਨੂੰ ਯਕੀਨ ਹੈ ਕਿ ਕੱਲ੍ਹ ਤੱਕ ਮੈਂ ਜਿਉਣਾ ਹੈ। ਆਪਣੇ ਭਰਾ ਨੂੰ ਕਹਿ ਰਹੇ ਨੇ, ਵੇਖੋ ਧਰਮ ਦਾ ਨੇ, ਆਪਣੇ ਭਰਾ ਨੂੰ ਇਹ ਗੱਲ ਕਹਿ ਰਹੇ ਨੇ। ਕਹਿੰਦੇ ਤੁਹਾਨੂੰ ਯਕੀਨ ਹੈ ਕਿ ਕੱਲ੍ਹ ਤੱਕ ਮੈਂ ਜਿਉਣਾ ਹੈ। ਕਹਿੰਦੇ ਜੀਵਨ ਦਾ ਤੇ ਪਤਾ ਹੀ ਕੋਈ ਨਹੀਂ ਪਿਆਰਿਓ। ਧੰਨ ਗੁਰੂ ਨਾਨਕ ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੇ, ਮੋਹਤ ਨਾ ਜਾਣਾ, ਨਾਨਕ ਬਿਨ ਵੈ ਤਿਸੇ ਸਰੇਵੋ, ਜਾ ਕੇ ਜੀ ਪੁਰਾਣਾ। ਕਹਿੰਦੇ ਭਰੋਸਾ ਤੇ ਇੱਕ ਦਮ ਦਾ ਨਹੀਂ ਤੇ ਤੁਸੀਂ ਤੇ ਕਹਿੰਦੇ ਕੱਲ੍ਹ ਤੱਕ ਕਹਿੰਦੇ ਕੇਸ ਪਾ ਦਿੱਤਾ ਕਿ ਕੱਲ੍ਹ ਨੂੰ ਕੇਸ ਨਿਪਟਾਇਆ ਜਾਵੇਗਾ। ਇਸ ਬ੍ਰਾਹਮਣ ਦੀ ਘਰਵਾਲੀ ਨੂੰ ਚੁੱਕ ਕੇ ਲੈ ਗਏ ਨੇ ਤੇ ਇਹ ਅੱਜ ਕੰਮ ਕਰਨ ਵਾਲਾ ਹੈ। ਉਸੇ ਵੇਲੇ ਯੁਧਿਸ਼ਠਿਰ ਨੇ ਹੱਥ ਜੋੜੇ, ਕਹਿੰਦੇ ਭਰਾਤਾ ਜੀ ਤੁਸੀਂ ਜੋ ਕਹਿੰਦੇ ਹੋ ਠੀਕ ਕਹਿੰਦੇ ਹੋ, ਮੈਂ ਕਾਲ ਨੂੰ ਕੋਈ ਨਹੀਂ ਜਿੱਤਿਆ। ਸੱਚ ਹੈ ਕਾਲ ਦਾ ਪਤਾ ਕੋਈ ਨਹੀਂ ਕਿ ਕਾਲ ਨੇ ਕਦੋਂ ਆ ਕੇ, ਕਾਲ ਵਿਆਲ ਜਿਉ ਪਰਿਓ ਡੋਲੇ, ਮੁਖ ਪਸਾਰੈ ਪੀਤ। ਕਹਿੰਦੇ ਕਾਲ ਨੇ ਤੇ ਮੂੰਹ ਅੱਡਿਆ ਹੋਇਆ, ਕਾਲ ਨੇ ਮੂੰਹ ਅੱਡਿਆ ਹੋਇਆ। ਕਦੋਂ ਆ ਕੇ ਉਸਨੇ ਝਪਟ ਮਾਰ ਦੇਣੀ,
ਕਦੋਂ ਉਸਨੇ ਆ ਕੇ ਵਾਰ ਕਰ ਦੇਣਾ ਹੈ ਤੇ ਉਸ ਪਰਮੇਸ਼ਰ ਦਾ ਚਿੰਤਨ ਕਰ ਲੈ। ਕਹਿੰਦੇ ਹੁਣੇ ਹੀ ਫਿਰ ਇਸ ਬ੍ਰਾਹਮਣ ਦਾ ਕੇਸ ਨਿਪਟਾਇਆ ਜਾਵੇਗਾ, ਹੁਣੇ ਹੀ ਇਸ ਬ੍ਰਾਹਮਣ ਦਾ ਕੇਸ ਨਿਪਟਾ ਦਿੱਤਾ ਜਾਵੇਗਾ। ਇਸ ਦੀ ਪਤਨੀ ਨੂੰ ਜਾ ਕੇ ਛਡਵਾ ਕੇ ਲੈ ਕੇ ਆਓ ਕਿ ਕੱਲ ਦਾ ਤੇ ਪਤਾ ਹੀ ਕੋਈ ਨਹੀਂ। ਬ੍ਰਾਹਮਣ ਖੁਸ਼ ਹੋਇਆ, ਬ੍ਰਾਹਮਣ ਖੁਸ਼ ਹੋਇਆ ਕਿ ਮੇਰੀ ਝਗੜੇ ਦਾ ਨਿਪਟਾਰਾ ਜੋ ਮੈਂ ਆ ਕੇ ਫਰਿਆਦ ਕੀਤੀ ਸੀ ਮੇਰੀ ਸੁਣੀ ਜਾਏਗੀ। ਉਡ ਜਾਏਗੋ ਧੂਮ ਬਾਦਰੋ ਇੱਕ ਭਾਜੋ ਰਾਮ ਸਰੇਹੀ। ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਤੇ ਬਿਨਸਰਹਾਰ ਹੈ, ਇਹ ਤੇ ਧੂਏ ਵਾਂਗ ਹੀ ਹੈ। ਪਰਮੇਸ਼ਰ ਦਾ ਸਿਮਰਨ ਕਰ ਲੈ, ਉਸ ਦੀ ਬੰਦਗੀ ਕਰ ਲੈ। ਰਹਾਉ ਤੀਨ ਸੰਗਿਆ ਕਰ ਦੇਹੀ ਕੀਨੇ ਜਲ ਕੂਕਰ ਪਸਮੇਹੀ। ਤਿੰਨਾਂ ਰਜੋਗੁਣ, ਤਮੋਗੁਣ ਤੇ ਸਤੋਗੁਣ, ਇਹ ਤਿੰਨਾਂ ਦੇ ਅਧੀਨ ਸਾਡੇ ਸਾਰਿਆਂ ਦੀ ਦੇਹੀ ਆ ਪਿਆਰਿਓ। ਅਸੀਂ ਸਾਰੇ ਇਹ ਤਿੰਨਾਂ ਗੁਣਾਂ ਦੇ ਅਧੀਨ ਹਾਂ, ਤਿੰਨਾਂ ਗੁਣਾਂ ਦੇ ਵਿੱਚ ਹੀ ਅਸੀਂ ਵਿਚਰਦੇ ਹਾਂ। ਰਜ ਗੁਣ, ਤਮ ਗੁਣ, ਸਤਗੁਣ ਕਹੀਐ ਇਹ ਤੇਰੀ ਜੋ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ। ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ। ਤੇ ਫਿਰ ਬਾਅਦ ਦੇ ਵਿੱਚ ਇਹਦਾ ਹਿਸਾਬ ਕੀ ਹੈ ਪਿਆਰਿਓ? ਕਈ ਇਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਜਦੋਂ ਬੰਦਾ ਮਰ ਜਾਂਦਾ, ਤੇ ਕਈ ਵੈਸੇ ਹੀ ਸੁੱਟ ਦਿੰਦੇ ਨੇ, ਉਹਨੂੰ ਕੁੱਤੇ ਖਾ ਜਾਂਦੇ ਨੇ। ਤੇ ਪਸਮੇਹੀ ਤੋਂ ਭਾਵ ਇਹ ਹੈ ਮੁਸਲਮਾਨ ਲੋਕ ਦਫਨਾ ਦਿੰਦੇ ਨੇ, ਉਹ ਭਸਮ ਮਿੱਟੀ ਦੇ ਵਿੱਚ ਹੀ ਭਸਮ ਹੋ ਜਾਂਦੀ ਹੈ। ਕਈ ਜਲ ਦੇ ਵਿੱਚ ਨੇ ਜਿਹੜੇ ਉਹ ਜਲ ਦੇ ਵਿੱਚ ਗਲ ਸੜ ਜਾਂਦੇ ਨੇ, ਤੇ ਕਈਆਂ ਨੂੰ ਕੁੱਤੇ ਖਾ ਜਾਂਦੇ ਨੇ, ਕਾਂ ਕੁੱਤੇ ਖਾ ਜਾਂਦੇ ਨੇ, ਤੇ ਇੱਕ ਭਸਮ ਦੇ ਵਿੱਚ ਰਲ ਜਾਂਦੇ ਨੇ, ਮਿੱਟੀ ਦੇ ਵਿੱਚ ਰਲ ਜਾਂਦੇ ਨੇ। ਤੀ ਹੋਏ ਆਮਰੋ ਗ੍ਰਹਿ ਮੇ ਬੈਠਾ ਕਰਨ ਕਾਰਨ ਵਿਸਰੋਹੀ। ਕਹਿੰਦੇ ਤੂੰ ਇਸ ਸਰੀਰ ਰੂਪੀ ਘਰ ਦੇ ਵਿੱਚ ਇਵੇਂ ਸਮਝੀ ਬੈਠਾ ਕਿ ਮੈਂ ਤੇ ਮਰਨਾ ਹੀ ਨਹੀਂ, ਆਪਣੇ ਆਪੇ ਨੂੰ ਇਵੇਂ ਸਮਝੀ ਬੈਠਾ ਹੈ। ਹੋਏ ਆਮਰੋ, ਕਹਿੰਦੇ ਮੈਂ ਤੇ ਅਮਰ ਹੋ ਗਿਆ। ਅਮਰ ਉਸ ਨੂੰ ਕਹਿੰਦੇ ਨੇ ਜਿਹੜਾ ਮਰਦਾ ਕੋਈ, ਪਰ ਤੂੰ ਤੇ ਮਰਨ ਵਾਲਾ, ਪਰ ਤੂੰ ਸਮਝੀ ਬੈਠਾ ਹੈ ਕਿ ਮੈਂ ਮਰਨਾ ਹੀ ਕੋਈ ਨਹੀਂ। ਪਿਆਰੋ ਮਨੁੱਖ ਮੌਤ ਨੂੰ ਭੁੱਲਿਆ ਹੋਇਆ। ਜਿਤਨੀ ਦੇਰ ਤੱਕ ਅਸੀਂ ਮੌਤ ਨੂੰ ਯਾਦ ਨਹੀਂ ਰੱਖਦੇ ਉਤਨੀ ਦੇਰ ਤੱਕ ਸਾਡਾ ਜੀਵਨ ਨਹੀਂ ਬਣਦਾ। ਜਦੋਂ ਅਸੀਂ ਮੌਤ ਨੂੰ ਭੁੱਲ ਜਾਂਦੇ ਹਾਂ ਤੇ ਖੁਆਰੀ ਵਾਲੇ ਪਾਸੇ ਚਲਿਆ ਜਾਂਦੇ ਹਾਂ। ਭਗਤ ਕਬੀਰ ਜੀ ਉਹਨਾਂ ਦੇ ਘਰ ਕੋਈ ਮਿਲਣ ਵਾਸਤੇ ਆਇਆ ਤੇ ਮਾਈ ਲੋਈ ਨੂੰ ਆਖਣ ਲੱਗੇ ਭਗਤ ਜੀ ਉਹਨਾਂ ਨੂੰ ਅਸੀਂ ਮਿਲਣਾ ਹੈ, ਭਗਤ ਜੀ ਉਹਨਾਂ ਨੂੰ ਅਸੀਂ ਮਿਲਣਾ ਹੈ, ਅਸੀਂ ਮਿਲਣ ਵਾਸਤੇ ਆਏ ਹਾਂ। ਤੇ ਲੋਈ ਜੀ ਕਹਿੰਦੇ ਉਹ ਤੇ ਸ਼ਮਸ਼ਾਨਾਂ ਨੂੰ ਗਏ ਨੇ, ਉਹ ਤੇ ਸ਼ਮਸ਼ਾਨਾਂ ਨੂੰ ਗਏ ਨੇ। ਕਹਿੰਦੇ ਉਹਨਾਂ ਦੀ ਪਛਾਣ ਕਿਵੇਂ ਹੋਵੇਗੀ, ਉਹਨਾਂ ਦੀ ਪਛਾਣ ਕਿਵੇਂ ਹੋਵੇਗੀ? ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗੀ, ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗਾ ਕਿ ਭਗਤ ਜੀ